सतनाम वाहेगुरु साहिब जीओ। राग सोरठ बाणी भगत रविदास जी की। इक ओंकार सतगुर प्रसाद। जब हम होते तब तू नाही, अब तू ही मैं नाही। अनल अगम जैसे लहर मैं ओदत, जल के बल जल माही। माधवे क्या कहिए भ्रम ऐसा, जैसा मानिए होए ना तैसा रहाओ। नरपत एक सिंहासन सोया, सुपने पया भिखारी। अछत राज बिचरत दुख पाया, सोगत पई हमारी। राज पुयंग पर संग जैसे है, अब कछ मर्म जनाया। अनक कटक जैसे फूल परे, अब कहते कहन ना आया। सर्बे एक अनेक स्वामी, सब कट भोग बैसोई। कह रविदास हाथ पै नेरै, सहजे होए सो होई। कह रविदास हाथ पै नेरै, सहजे होए सो होई। परम सत्कारयोग गुरु रूप गुरु प्यारी साध संगत जीओ। आओ मनां दियां खिंडियां होईयां बिरतियां नूं करिए एकागर, करिए रसना पवित्र ते बोलीए सारे वाहिगुरु जी का खालसा, वाहिगुरु जी की फतेह। गुरमुख प्यारिओ, ਜਿਹੜਾ ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 657 ਉੱਪਰ ਸੁਭਾਇਮਾਨ ਹੈ। ਭਗਤ ਰਵਿਦਾਸ ਜੀ ਦੀ ਰਚਨਾ 'ਚੋਂ ਉਚਾਰਨ ਕੀਤਾ ਹੋਇਆ ਹੈ। ਰਾਗ ਸੋਰਠ। ਆਓ ਇਸ ਪਵਿੱਤਰ ਸ਼ਬਦ ਰਾਹੀਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਿੱਖਿਆ ਬਖਸ਼ ਰਹੇ ਹਨ। ਬੜੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਸੋਰਠ ਰਾਗ ਦੇ ਵਿੱਚ ਇਹ ਪਵਿੱਤਰ ਸ਼ਬਦ, ਇਹ ਬਾਣੀ ਭਗਤ ਰਵਿਦਾਸ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ।
ਸਾਰੀ ਗੁਰਬਾਣੀ ਦਾ, ਸਾਰੇ ਭਗਤ ਸਾਹਿਬਾਨਾਂ ਦਾ, ਗੁਰੂ ਸਾਹਿਬਾਨਾਂ ਦਾ, ਸਾਰਿਆਂ ਦਾ ਇੱਕੋ ਹੀ ਟੀਚਾ, ਇੱਕੋ ਹੀ ਨਿਸ਼ਾਨਾ ਕਿ ਮਨੁੱਖ ਦੀ ਉਹ ਪਰਮਾਤਮਾ ਤੋਂ ਦੂਰੀ ਪਈ ਹੋਈ ਆ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਦੂਰੀ ਘਟ ਜਾਵੇ ਤਾਂ ਮਨੁੱਖ ਆਪਣੇ ਅੰਦਰੋਂ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਲਵੇ ਅਤੇ ਉਸ ਤੋਂ ਬਾਅਦ ਗੁਰਮੁਖ ਬਣ ਕੇ ਗੁਰੂ ਦੇ ਨਾਲ ਜੁੜ ਕੇ ਆਪਣੀ ਵਧੀਆ ਜ਼ਿੰਦਗੀ ਬਤੀਤ ਕਰੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਇੱਕ ਰਸ ਵਿਆਪਕ ਹੈ ਅਤੇ ਸਭ ਦੇ ਅੰਦਰ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਮਿਲਾਪ ਹੋ ਸਕਦਾ। ਜਬ ਹਮ ਹੋਤੇ ਤਬ ਤੂੰ ਨਾਹੀ। ਪਹਿਲੀ ਪੰਗਤੀ ਵਿੱਚ ਹੀ ਸਾਨੂੰ ਸਮਝਾਇਆ ਜਾ ਰਿਹਾ ਹੈ ਗੁਰਮੁਖ ਪਿਆਰਿਓ, ਜਦ ਤੱਕ ਹਮ ਹੋਤੇ, ਮੈਂ ਹੈਗਾ, ਜਿੰਨਾ ਚੱਕ ਮੈਂ ਨਹੀਂ ਮਰੀ। ਹਮ ਬਹੁ ਬਚਨ, ਅਸੀਂ ਹੈਗੇ ਹਾਂ। ਕੌਣ ਕੌਣ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਸਾਰੀ ਫੌਜ ਮੇਰੇ ਅੰਦਰ ਬੈਠੀ ਆ। ਮੈਂ ਆਪਣਾ ਅੰਦਰ ਸਾਫ਼ ਨਹੀਂ ਕੀਤਾ, ਮੇਰੇ ਮਨ ਨੂੰ ਮੈਲ ਲੱਗੀ ਹੋਈ ਹੈ। ਤਬ ਤੱਕ ਤੂੰ ਨਾਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ। ਜਿੱਥੇ ਮੈਂ ਦੀ ਗੱਲ ਆ, ਜਿੱਥੇ ਪਕੜ ਦੀ ਗੱਲ ਆ, ਜਿੱਥੇ ਹਉਮੈ ਦੀ ਗੱਲ ਆ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਜਬ ਜਿਸ ਹਿਰਦੇ ਵਿੱਚ ਮਾਇਆ ਦਾ ਪ੍ਰਭਾਵ ਆ, ਗੁਰੂ ਦੇ ਨਾਲ ਨਹੀਂ ਜੁੜਿਆ, ਅੰਦਰ ਕਲ-ਕਲ ਹੋ ਰਹੀ ਹੈ, ਪਰਮਾਤਮਾ ਵਾਲਾ ਪੱਖ ਪ੍ਰਗਟ ਹੀ ਨਹੀਂ ਹੋਇਆ, ਉਨਾ ਚਿਰ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ। ਅਬ ਤੂੰ ਹੀ ਮੈਂ ਨਾਹੀਂ। ਅੱਧ ਵਿਚਾਲਾ ਨਹੀਂ ਹੋਣਾ ਭਾਈ। ਜਾਂ ਬੰਦਾ ਗੁਰਮੁਖ ਹੋਵੇਗਾ, ਜਾਂ ਬੰਦਾ ਮਨਮੁਖ ਹੋਵੇਗਾ, ਜਾਂ ਬੰਦਾ ਚੰਗਾ ਹੋਵੇਗਾ ਅਤੇ ਜਾਂ ਬੰਦਾ ਮਾੜਾ ਹੋਵੇਗਾ। ਅੱਧ ਵਿਚਾਲਾ ਨਹੀਂ। ਧਰਮ ਦੇ ਵਿੱਚ ਨਹੀਂ ਇਹ ਚੱਲਦਾ, ਜਾਂ ਉੱਧਰ ਅਤੇ ਜਾਂ ਉੱਧਰ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਮੈਂ ਗੁਰੂ ਦੇ ਨਾਲ ਜੁੜ ਕੇ ਆਪਣਾ ਆਪ ਸਵਾਰਿਆ ਨਹੀਂ ਸੀ, ਉਨਾ ਚਿਰ ਉਹ ਪ੍ਰਮਾਤਮਾ ਦੀ ਜੋਤ ਮੇਰੇ ਅੰਦਰ ਪ੍ਰਗਟ ਨਹੀਂ ਹੋਈ ਸੀ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋਚੀਆ। ਹਰ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਆ, ਹਰ ਲੱਕੜ ਦੇ ਵਿੱਚ ਅੱਗ ਆ, ਹਰ ਦੁੱਧ ਦੇ ਵਿੱਚ ਘਿਓ ਆ ਛੁਪਿਆ ਹੋਇਆ, ਅਤੇ ਹਰ ਮਨੁੱਖ ਦੇ ਵਿੱਚ ਪਰਮਾਤਮਾ ਦੀ ਜੋਤ ਆ। ਹੁਣ ਜਿਹਨੇ ਮਿਹਨਤ ਕਰ ਲਈ, ਉਹ ਜੋਤ ਜਗਾ ਲਈ, ਉਹ ਸਫਲ ਆ। ਜਿਹਨੇ ਉਹ ਜੋਤ ਮੱਧਮ ਕਰ ਲਈ, ਵਿਵੇਕ ਦੀਪ ਮਲੀਨ ਕਰ ਲਿਆ, ਉਹ ਜੀਵਨ ਦੀ ਬਾਜੀ ਭਾਈ ਹਾਰ ਕੇ ਜਾਂਦਾ। ਅਤੇ ਗੁਰੂ ਨਾਲ ਜੁੜ ਕੇ ਇਹ ਜੋਤ ਚਿਮਨੀ ਹੈ ਜਿਹੜੀ ਅੰਦਰ ਦੀ ਮਨ ਦੀ, ਇਹ ਸਾਫ਼ ਹੁੰਦੀ ਹੈ। ਗੁਰੂ ਨਾਲ ਜੁੜਨ ਦਾ ਮਤਲਬ ਕੀ ਹੈ? ਵੀ ਗੁਰਬਾਣੀ ਮੈਨੂੰ ਕਹਿ ਰਹੀ ਹੈ, ਮੇਰੇ ਅੰਦਰ ਇਹ ਸਾਰਾ ਕੁਝ ਹੈ, ਮੈਨੂੰ ਸਮਝਾਇਆ ਜਾ ਰਿਹਾ। ਫਿਰ ਅਸੀਂ ਜਿਹੜਾ ਹੈ ਪਰਮਾਤਮਾ ਨਾਲ ਜੁੜ ਸਕਦੇ ਹਾਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੱਥੇ ਮੈਂ ਆ ਉੱਥੇ ਤੂੰ ਨਹੀਂ, ਅਤੇ ਜਿੱਥੇ ਤੂੰ ਆ ਉੱਥੇ ਮੈਂ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਅਨਲ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਬੜੀ ਵਿਚਾਰਨ ਵਾਲੀ ਪੰਗਤੀ ਹੈ। ਭਗਤ ਰਵਿਦਾਸ ਜੀ ਉਦਾਹਰਨ ਦੇ ਕੇ ਸਮਝਾ ਰਹੇ ਹਨ, ਕਿਉਂਕਿ
ਉੱਪਰ ਗੱਲ ਜਿਹੜੀ ਦਿਖਾ ਦਿੱਤੀ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਗੱਲ ਤਾਂ ਛੋਟੀ ਜੀ ਲੱਗਦੀ ਆ, ਪਰ ਹੈ ਬਹੁਤ ਵੱਡੀ। ਬੁੱਲਿਆ ਕਹਿੰਦੇ ਰੱਬ ਦਾ ਕੀ ਪਾਉਣਾ, ਤੇ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ। ਗੱਲ ਦੇਖਣ ਨੂੰ ਛੋਟੀ ਜੀ ਲੱਗਦੀ ਆ, ਪਰ ਨਾ ਤਾਂ ਇੱਧਰੋਂ ਪੱਟਿਆ ਜਾਂਦਾ ਤੇ ਨਾ ਇੱਧਰ ਲੱਗਦਾ ਸੌਖੇ ਤਰੀਕੇ ਨਾਲ। ਮੁਸ਼ਕਲ ਤਾਂ ਇਹੀ ਹੈ। ਹੁਣ ਉਦਾਹਰਨ ਦੇ ਕੇ ਸਮਝਾ ਰਹੇ ਹਨ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਗੁਰਮੁਖ ਪਿਆਰਿਓ ਲਹਿਰਾਂ ਉੱਠਦੀਆਂ। ਹੁੰਦਾ ਤਾਂ ਉਹ ਪਾਣੀਓ ਹੀ ਆ ਨਾ। ਇੱਕ ਸ਼ਾਂਤ ਸਮੁੰਦਰ ਆ, ਇੱਕ ਸਮੁੰਦਰ ਦੇ ਵਿੱਚ ਕਲਕਲ ਹੋ ਰਹੀ ਹੈ, ਲਹਿਰਾਂ ਉੱਠੀਆਂ। ਉਹ ਲਹਿਰਾਂ ਉੱਠਣ ਦਾ ਕਾਰਨ ਕੀ ਹੈ? ਕਿਉਂ ਉੱਠੀਆਂ? ਹਵਾ ਚੱਲ ਰਹੀ ਹੈ, ਅਨਲ ਅਗਮ ਬਹੁਤ ਤੇਜ਼ ਹਵਾ ਚੱਲ ਰਹੀ ਹੈ, ਜਿਹੜੀ ਸਮੁੰਦਰ ਨੂੰ ਐਨ ਉਛਾਲੀ ਜਾ ਰਹੀ ਹੈ। ਉਹ ਹਵਾ ਦਾ ਕਰਕੇ ਲਹਿਰਾਂ ਉੱਚੀਆਂ ਬਣ ਗਈਆਂ। ਹੁਣ ਉੱਚੀ ਲਹਿਰ ਕਹਿੰਦੀ ਮੈਂ ਸਮੁੰਦਰ ਤੋਂ ਅਲੱਗ ਹਾਂ। ਹੋ ਸਕਦਾ ਕਦੇ? ਹਵਾ ਦੇ ਕਾਰਨ ਲਹਿਰ ਕਹਿੰਦੀ ਮੈਂ ਸਮੁੰਦਰ ਤੋਂ ਵੱਡੀ ਹਾਂ, ਮੈਂ ਸਮੁੰਦਰ ਤੋਂ ਉੱਚੀ ਹਾਂ। ਹੋ ਨਹੀਂ ਨਾ ਸਕਦਾ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਸਮਝਾ ਰਹੇ ਹਨ, ਅਸੀਂ ਹੈ ਤਾਂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਉਹ ਕੀਤਾ ਨਹੀਂ। ਜਦੋਂ ਹੁਣ ਅੰਦਰ ਨਾਮ ਨਹੀਂ ਵਸਿਆ, ਹਉਮੈ ਆ ਗਈ, ਹਉਮੈ ਦੀ ਹਵਾ ਬਣ ਗਈ, ਤੇ ਮਨੁੱਖ ਕਹਿੰਦਾ ਮੈਂ ਰੱਬ ਤੋਂ ਵੀ ਵੱਡਾ, ਮੈਂ ਰੱਬ ਤੋਂ ਵੱਖ ਹਾਂ। ਨਹੀਂ, ਇਹ ਇੱਕ ਭੁਲੇਖਾ। ਹੁਣ ਉਹ ਜਿਹੜੀ ਲਹਿਰਾਂ ਨੂੰ ਤਾਂ ਵਿਚਾਰੀਆਂ ਨੂੰ ਭੁਲੇਖਾ ਪੈ ਗਿਆ। ਹੁਣ ਉਹ ਅਸਲ ਸਾਡੇ ਅੰਦਰ ਆ, ਸਾਡਾ ਮਨ ਰੂਪੀ ਸਮੁੰਦਰ, ਸ਼ਾਂਤ ਸਮੁੰਦਰ। ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਰੇ ਬਾਅਦ ਦੇ ਵਿੱਚ ਆ। ਸਭ ਤੋਂ ਪਹਿਲੀ ਆ ਹਉਮੈ। ਜਦੋਂ ਹਉਮੈ ਦੀ ਹਵਾ ਭਰੀ ਜਾਂਦੀ ਹੈ ਮਨੁੱਖ ਦੇ ਅੰਦਰ, ਤਾਂ ਮਨੁੱਖ ਪਰਮਾਤਮਾ ਤੋਂ ਅਲੱਗਾ ਸਮਝਣ ਲੱਗ ਜਾਂਦਾ ਆਪਣੇ ਆਪ ਨੂੰ। ਹਉਮੈ ਦੇ ਵਿੱਚ ਆ ਕੇ ਮਾਇਆਵਾਦੀ ਵਿਚਾਰ ਹੋਣ ਕਰਕੇ, ਜੇ ਕਿਤੇ ਹੁਣ ਉਹ ਹਉਮੈ ਦਾ ਗੁਬਾਰਾ, ਗੁਬਾਰ ਜਿਹਨੂੰ ਕਹਿ ਲਈਏ, ਜਿਵੇਂ ਆਪਾਂ ਐਂ ਕਹਿ ਲਈਏ ਵੀ ਇੱਕ ਆਪਣਾ ਬੁਲਬੁਲਾ, ਉਹਦੇ 'ਚ ਹਵਾ ਭਰਤੀ, ਉਹ ਉੱਡ ਗਿਆ। ਹੁਣ ਉਹਨੂੰ ਸਿੱਟਣ ਦਾ ਕੀ ਤਰੀਕਾ? ਉਹਦੇ 'ਚ ਮਾਰੋ ਤਿੱਖੀ ਚੀਜ਼, ਹਵਾ ਉਹਦੀ ਨਿਕਲ ਗਈ, ਇਕਾਂਤ 'ਚ ਆ ਜੂ। ਹਵਾ ਦੇ ਕਾਰਨ ਸੀ, ਹਉਮੈ ਦੇ ਕਾਰਨ। ਹੁਣ ਮਨੁੱਖ ਦਾ ਮਨ ਹਉਮੈ ਦੇ ਕਾਰਨ ਬੁੜਕਦਾ ਫਿਰਦਾ, ਤੇ ਤਰੀਕਾ ਕੀ ਹੈ? ਇਹਦੇ 'ਚ ਗੁਰੂ ਦੇ ਤੀਰ, ਅਨਿਆਲੇ ਤੀਰ, ਨੋਕਾਂ ਉਹ ਵੱਜ ਜਾਣ ਤਾਂ ਮਨ ਸ਼ਾਂਤ ਹੋ ਸਕਦਾ। ਇਹ ਸਾਡੇ ਅੰਦਰ ਹੋ ਰਿਹਾ। ਅਨਲ ਆਗਮ ਜੈਸੇ ਲਹਿਰ ਮੈਂ ਉਹ ਦੱਤ, ਜਲ ਕੇ ਬਲ ਜਲ ਮਾਹੀ। ਅਗਿਆਨਤਾ ਦਾ ਕਰਕੇ ਮਨੁੱਖ ਫਸਿਆ ਹੋਇਆ, ਨਹੀਂ ਤਾਂ ਇਹ ਪ੍ਰਮਾਤਮਾ ਦਾ ਰੂਪ ਆ ਭਾਈ। ਮਾਧਵੇ ਕਿਆ ਕਹੀਐ ਭ੍ਰਮ ਐਸਾ। ਮਾਧਵੇ ਮਾਇਆ ਦੇ ਪਤੀ। ਤਿੰਨਾਂ ਗੁਣਾਂ ਦੇ ਵਿੱਚ ਗੁਰਮੁਖ ਪਿਆਰਿਓ ਮਾਇਆ, ਰਜੋ, ਤਮੋ ਤੇ ਸਤੋ। ਅਸੀਂ ਮਾਇਆ ਦੇ ਵਿੱਚ ਹੀ ਜੀਵਨ ਬਤੀਤ ਕਰਕੇ ਚਲੇ ਜਾਂਦੇ ਹਾਂ। ਜਦੋਂ ਉਹ ਚੱਕਰ ਸਾਡੇ 'ਤੇ ਪੈਂਦਾ, ਉਹ ਪੈਂਦਾ ਇਸ ਤਰ੍ਹਾਂ ਜਿਵੇਂ ਪੁਰਾਣੇ ਮੀਟਰਾਂ ਦੀਆਂ ਗਰਾਰੀਆਂ ਚੱਲਦੀਆਂ ਹੁੰਦੀਆਂ ਸੀ, ਐਂ ਲਾਲ ਨਿਸ਼ਾਨ ਆ ਜਾਂਦਾ ਸੀ। ਇਸ ਤਰ੍ਹਾਂ ਸਾਡੇ ਅੰਦਰ ਗਰਾਰੀ ਚੱਲ ਰਹੀ ਆ ਤਿੰਨਾਂ ਗੁਣਾਂ ਦੀ ਸਮਝਣ ਵਾਸਤੇ ਗੁਪਤ। ਜਦੋਂ ਤਾਂ ਤਮ ਗੁਣ ਦਾ ਅਸਰ ਹੋ ਜਾਂਦਾ ਮਨੁੱਖ ਦੇ ਉੱਪਰ, ਤਾਂ ਹਨੇਰਾ, ਲੜਾਈਆਂ, ਝਗੜੇ, ਲੁੱਟ ਖਸੁੱਟ, ਕੁੱਟ ਮਾਰ, ਐਵੇਂ ਵਾਧੂ ਦੇ ਆ ਕੇ ਗਲ ਪਈ ਜਾਣੇ, ਉਹ ਅਵਸਥਾ। ਫਿਰ ਜਦੋਂ ਉਹ ਪੀਰੀਅਡ ਖਤਮ ਹੁੰਦਾ, ਤਮ ਗੁਣ ਤੋਂ ਬਾਅਦ ਫਿਰ ਰਾਜ ਗੁਣ ਆਉਂਦਾ। ਫਿਰ ਮਨੁੱਖ ਥੋੜ੍ਹਾ ਜਿਹਾ ਚੰਗੇ ਕੰਮਾਂ ਵੱਲ ਨੂੰ, ਅੱਗੇ ਨੂੰ ਵਧਣ ਦੀ ਸੋਚਦਾ। ਉਹ ਤਾਂ ਜਮਾਂ ਹੀ ਜੀਰੋ ਆ ਨਾ ਤਮ ਗੁਣ। ਜਿਹੜਾ ਰਜਗੁਣ ਆ ਉਹ ਉੱਪਰ ਆ ਗਿਆ। ਉਸ ਤੋਂ ਬਾਅਦ ਆ ਫਿਰ ਜਦੋਂ ਉਹ ਪੀਰੀਅਡ ਖਤਮ ਹੋ ਜਾਂਦਾ ਮਨੁੱਖ ਦੇ ਅੰਦਰੋਂ,
ਫਿਰ ਇਹ ਜਿਹੜਾ ਹੈ ਤਮ ਗੁਣ, ਰਜਗੁਣ, ਫਿਰ ਆਉਂਦਾ ਸਤਗੁਣ। ਸਤਗੁਣ ਦੇ ਵਿੱਚ ਮਨੁੱਖ ਜਦੋਂ ਪ੍ਰਵੇਸ਼ ਕਰ ਜਾਂਦਾ, ਮਨੁੱਖ ਦਾ ਮਨ ਜਦੋਂ ਸਤਗੁਣ ਦਾ ਪ੍ਰਭਾਵ ਹੋਵੇ ਮਨੁੱਖ ਦੇ ਉੱਪਰ, ਫਿਰ ਇਹਦੇ ਵਿਚਾਰ 50-50 ਬਣ ਜਾਂਦੇ ਆ, ਅੱਧਾ ਬੁਰਾਈਆਂ ਵੱਲ ਨੂੰ ਅਤੇ ਅੱਧਾ ਜਿਹੜਾ ਹੈ ਚੰਗਿਆਈਆਂ ਵੱਲ ਨੂੰ, ਵੀ ਛੱਡਦਿਆਂ ਯਾਰ ਕੁਛ ਨਹੀਂ, ਇੱਥੇ ਚੰਗੇ ਕੰਮ ਕਰੀਏ, ਸ਼ਾਂਤੀ ਨਾਲ ਰਹੀਏ, ਟਿਕਾ ਨਾ ਰਹੀਏ, ਆਪਣੇ ਵਾਸਤੇ ਤਾਂ ਕੁਝ ਕੀਤਾ ਹੀ ਨਹੀਂ। ਇਸ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ। ਜੇ ਕਿਤੇ ਉਸ ਸਮੇਂ ਕਹਿੰਦੇ, ਸਿਆਣੇ ਕਹਿੰਦੇ ਆ ਵੀ ਉਦੋਂ ਲੋਹਾ ਗਰਮ ਹੁੰਦਾ, ਜਦੋਂ ਇਹੋ ਜਿਹੇ ਵਿਚਾਰ ਮਨ ਦੇ ਵਿੱਚ ਆਉਂਦੇ ਹੋਣ। ਜੇ ਕਿਤੇ ਉਦੋਂ ਸੱਚਾ ਗੁਰੂ ਮਿਲ ਪਵੇ, ਸਤਿਗੁਰੂ ਦੇ ਨਾਲ ਮਨੁੱਖ ਜੁੜ ਪਵੇ, ਤਾਂ ਸਤਗੁਣ ਦੇ ਵਿੱਚੋਂ ਚੌਥੇ ਪਦ ਵਿੱਚ ਪ੍ਰਵੇਸ਼ ਕਰ ਸਕਦਾ ਮਨੁੱਖ, ਜਿਹਨੂੰ ਉਨਮਨ ਅਵਸਥਾ ਵੀ ਕਹਿੰਦੇ ਆ, ਤੁਰੀਆ ਅਵਸਥਾ ਵੀ ਕਹਿੰਦੇ ਆ, ਤੀਜਾ ਨੇਤਰ ਖੁੱਲ੍ਹ ਜਾਣਾ ਵੀ ਕਹਿੰਦੇ ਆ, ਚੌਥਾ ਪਦ ਵੀ ਕਹਿੰਦੇ ਆ। ਇਹ ਆ ਭਾਈ ਤਰੀਕਾ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਹੇ ਮਾਇਆ ਦੇ ਪਤੀ। ਹੁਣ ਜਿੰਨਾ ਚਿਰ ਗੁਰੂ ਨਾਲ ਨਹੀਂ ਜੁੜਦੇ, ਉਨਾ ਚਿਰ ਇਹ ਅੰਦਰਲੀਆਂ ਗੱਲਾਂ ਦਾ ਨਹੀਂ ਪਤਾ ਲੱਗਣਾ। ਉਨਾ ਚਿਰ ਤਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਅਸੀਂ ਇੱਕ ਜਨਮ ਤਾਂ ਲੈ ਲਿਆ ਮਾਂ ਪਿਓ ਦੇ ਰਾਹੀਂ, ਸਥੂਲ ਸਰੀਰ ਨੇ, ਇੱਕ ਜਨਮ ਅਸੀਂ ਹੋਰ ਲੈਣਾ ਮਾਇਆ ਦੇ ਗਰਭ ਦੇ ਵਿੱਚੋਂ, ਮਾਤਾ ਦੇ ਗਰਭ ਦੇ ਵਿੱਚੋਂ ਨਿਕਲ ਕੇ ਅਸੀਂ ਮਾਇਆ ਦੇ ਗਰਭ ਦੇ ਵਿੱਚ ਪੈ ਗਏ ਹਾਂ। ਹੁਣ ਮਾਇਆ ਦੇ ਗਰਭ ਦੇ ਵਿੱਚੋਂ ਵੀ ਜਨਮ ਲੈਣਾ ਸੀ, ਜਿਹਨੂੰ ਗੁਰਬਾਣੀ ਦੇ ਵਿੱਚ ਸਮਝਾਇਆ, ਸਤਿਗੁਰ ਕੈ ਜਨਮੈ ਗਵਨ ਮਟਾਇਆ। ਉਦੋਂ ਬਾਅਦ ਆਵਾਗੌਣ ਖਤਮ, ਅਨੰਦਤ ਜੀਵਨ ਸ਼ੁਰੂ। ਉਹ ਪ੍ਰੈਕਟੀਕਲ ਅਵਸਥਾ। ਹੇ ਮਾਇਆ ਦੇ ਪਤੀ, ਕਿਆ ਕਹੀਏ ਜਗ ਤਾਂ ਸਾਰਾ ਸੱਚੇ ਗੁਰੂ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਮਾਇਆ ਨੇ ਭਰਮ ਭੁਲੇਖੇ ਦੇ ਵਿੱਚ ਪਾਇਆ ਹੋਇਆ। ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਜੋ ਅਸੀਂ ਮੰਨ ਰਹੇ ਹਾਂ ਉਹ ਅਸਲ ਨਹੀਂ ਹੈ, ਉਹ ਨਕਲ ਆ। ਅਸਲ ਤਾਂ ਇਹਦੇ ਪਿੱਛੇ ਆ। ਜੋ ਦਿਖਦਾ ਉਹ ਸਾਰਾ ਨਕਲ ਆ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਅੱਜ ਜਾਂ ਕੱਲ੍ਹ ਸਭ ਫਨਾਹ ਹੋ ਜਾਣ ਵਾਲਾ ਜੋ ਇਹ ਮਾਇਆਵਾਦੀ ਅੱਖਾਂ ਦੇਖ ਰਹੀਆਂ ਹਨ। ਬਹੁਤ ਵੱਡਾ ਗਿਆਨ ਆ ਗੁਰਬਾਣੀ ਦਾ। ਪਤਾ ਨਹੀਂ ਕਿੰਨੇ ਵਾਰੀ ਇਹ ਪਸਾਰਾ ਬਣਿਆ ਅਤੇ ਕਿੰਨੇ ਵਾਰੀ ਖਤਮ ਹੋਇਆ। ਇਹ ਕਿਤੇ ਇੱਕ ਗੱਲਾਂ ਨਹੀਂ ਹੈ। ਇਹ ਜਿਹੜਾ ਹੈ ਜਾਣ ਵਾਲਾ ਪਰ, ਉਹ ਪ੍ਰਮਾਤਮਾ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਪੇਰੀ। ਗੁਰੂ ਤੋਂ ਗਿਆਨ ਦੀਆਂ ਅੱਖਾਂ ਲੈ ਕੇ ਪਰਮਾਤਮਾ ਵਾਹਿਗੁਰੂ ਨੂੰ ਦੇਖਿਆ ਜਾ ਸਕਦਾ। ਫਿਰ ਇਹ ਸੰਸਾਰ ਦੀ ਅਸਲੀਅਤ ਨੂੰ ਮਨੁੱਖ ਜਾਣ ਸਕਦਾ, ਨਹੀਂ ਤਾਂ ਮਾਇਆ ਦੇ ਭੁਲੇਖੇ ਵਿੱਚ ਹੀ ਪਿਆ ਰਹਿੰਦਾ ਹੈ। ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਪੇਖਾਰੀ। ਅੱਗੇ ਸਮਝਾ ਰਹੇ ਹਨ ਭਗਤ ਰਵਿਦਾਸ ਜੀ। ਦੇਖੋ, ਦੁਨੀਆ ਨੇ, ਸਮਾਜ ਦੇ ਲੋਕਾਂ ਨੇ, ਪੁਜਾਰੀਆਂ ਨੇ ਬਹੁਤ ਪਰੇਸ਼ਾਨ ਕੀਤਾ ਭਗਤ ਜੀ ਨੂੰ, ਪਰ ਧੰਨ ਭਗਤ ਰਵਿਦਾਸ ਜੀ ਐਡਾ ਵੱਡਾ ਗਿਆਨ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਅਤੇ ਗੁਰਬਾਣੀ ਤੋਂ ਹੀ ਉਹਨਾਂ ਦੀ ਸ਼ਖਸੀਅਤ ਨੂੰ ਜਾਣਿਆ ਜਾ ਸਕਦਾ, ਨਹੀਂ ਬਾਹਰੋਂ ਉਹਨਾਂ ਦੇ ਬਾਰੇ ਜਿਹੜਾ ਹੈ ਉੱਚੇ ਸਮਾਜ ਦੇ ਲੋਕਾਂ ਨੇ ਬਹੁਤ ਗੱਲਾਂ ਜੋੜੀਆਂ, ਘਟੀਆਂ, ਪਰ ਅਸਲੀਅਤ ਦਾ ਪਤਾ ਲੱਗਦਾ ਇੱਥੋਂ ਦਰਸ਼ਨ ਹੁੰਦੇ ਆ ਭਗਤ ਰਵਿਦਾਸ ਜੀ ਦੇ। ਅੱਗੇ ਹੋਰ ਸਾਨੂੰ ਸੁੱਤੇ ਹੋਏ ਮਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਮੁਖ ਪਿਆਰਿਓ। ਨਰਪਤ, ਨਰਾਂ ਦਾ ਪਤੀ ਭਾਵ ਰਾਜਾ। ਨਰਪਤ ਏਕ ਸਿੰਘਾਸਨ ਸੋਇਆ। ਭਗਤ ਰਵਿਦਾਸ ਜੀ ਹੁਣ ਸਾਨੂੰ ਬੱਚਿਆਂ ਵਾਂਗੂ ਕਹਿੰਦੇ ਨਾ, ਤੁਸੀਂ ਸੁੱਤੇ ਪਏ ਹੋ। ਹੁਣ ਅਸੀਂ ਮੰਨਦੇ ਹੀ ਨਹੀਂ ਵੀ ਭਗਤ ਜੀ ਅਸੀਂ ਕਿੱਥੇ ਸੁੱਤੇ ਪਏ ਹਾਂ, ਅਸੀਂ ਤਾਂ ਰਾਤ ਸੁੱਤੇ ਸੀ, ਇੰਨੇ ਵਜੇ ਉੱਠ ਖੜ੍ਹੇ ਸੀ। ਤਾਂ ਭਗਤ ਜੀ ਕਹਿੰਦੇ ਨਹੀਂ, ਇਹ ਨੀਂਦ ਦੀ ਮੈਂ ਗੱਲ ਨਹੀਂ ਕਰਦਾ। ਇੱਕ ਨੀਂਦ ਆ ਮਾਇਆ ਦੀ, ਉਹਦੇ 'ਚੋਂ ਜਾਗਣਾ ਬੜਾ ਮੁਸ਼ਕਿਲ ਆ। ਉਹਦੇ 'ਚ ਮਨ ਸੁੱਤਾ ਪਿਆ, ਫਿਰ ਉਹ ਸੁੱਤਾ ਹੋਇਆ ਮਨ ਤਿੰਨਾਂ ਦਾ ਗੁਣਾਂ ਦੇ ਵਿੱਚ ਹੀ ਸਾਰਾ ਕੁਝ ਕਰੀ ਜਾਂਦਾ। ਆਪਦੇ ਜਾਣੇ ਉੱਠਦਾ, ਅੰਮ੍ਰਿਤ ਵੇਲੇ ਵੀ ਉੱਠਦਾ, ਸਾਰਾ ਕੁਝ ਕਰਦਾ, ਪਰ ਉਹ ਤਿੰਨਾਂ ਗੁਣਾਂ ਦੇ ਅਧੀਨ ਹੀ ਰਹਿ ਜਾਂਦਾ ਸਾਰਾ, ਜਿੰਨਾ ਚਿਰ ਗੁਰੂ ਦੇ ਨਾਲ ਜੁੜ ਕੇ ਅੰਦਰਲੀ ਗੱਲ ਨਾ ਜਾਣੀਏ।
ਭਗਤ ਜੀ ਹੁਣ ਉਦਾਹਰਨ ਦੇ ਕੇ ਸਮਝਾ ਰਹੇ ਹਨ। ਸੁਣੋ ਗੁਰਮੁਖ ਪਿਆਰਿਓ, ਇੱਕ ਵਾਰੀ ਇੱਕ ਰਾਜਾ ਸੀ। ਨਰਪਤ ਦਾ ਅਰਥ ਹੈ ਰਾਜਾ। ਇੱਕ ਸਿੰਘਾਸਨ ਸੋਇਆ, ਉਹਦਾ ਸਿੰਘਾਸਨ ਲੱਗਿਆ ਹੋਇਆ ਸੀ ਰਾਜੇ ਦਾ, ਪਰ ਉਹ ਸੌਂ ਗਿਆ। ਨੀਂਦ ਆ ਗਈ, ਝਪਕੀ ਲੱਗ ਗਈ ਰਾਜੇ ਨੂੰ। ਕੀ ਦੇਖਦਾ? ਸੁਪਨੇ ਭਇਆ ਭਿਖਾਰੀ। ਸੁਪਨਾ ਆਇਆ ਜਦੋਂ, ਤੇ ਉਹ ਭਿਖਾਰੀ ਬਣਿਆ ਹੋਇਆ ਭਾਈ। ਸੀ ਤਾਂ ਰਾਜਾ, ਸਿੰਘਾਸਨ ਤੇ ਬੈਠਾ ਸੀ, ਮੌਜੂਦ ਸੀ, ਪਰ ਐਸਾ ਸੁਪਨਾ ਆਇਆ, ਸੁਪਨੇ ਦੇ ਵਿੱਚ ਭਿਖਾਰੀ ਬਣਿਆ ਦੇਖਿਆ ਆਪਣੇ ਆਪ ਨੂੰ। ਅਛਤ ਰਾਜ ਵਿਛਰਤ ਦੁੱਖ ਪਾਇਆ। ਐਡਾ ਵੱਡਾ ਰਾਜ ਸੀ ਉਹਦੇ ਕੋਲੇ, ਵਿਛੜ ਗਿਆ ਵਿਚਾਰਾ, ਰਾਜੇ ਤੋਂ ਭਿਖਾਰੀ ਬਣ ਗਿਆ। ਸੋ ਗਤ ਭਈ ਹਮਾਰੀ। ਉਹ ਗਤ ਦਾ ਅਰਥ ਹਾਲਤ ਸਾਡੀ ਹੋਈ ਹੈ ਭਾਈ। ਰਾਜੇ ਨੂੰ ਸੁਪਨਾ ਆਇਆ, ਸੁਪਨੇ ਤੋਂ ਭਿਖਾਰੀ ਬਣ ਗਿਆ। ਜਦੋਂ ਉਹਦੀ ਅੱਖ ਖੁੱਲੀ, ਕਹਿੰਦਾ ਨਹੀਂ, ਸੁਪਨਾ ਹੀ ਸੀ, ਟੁੱਟ ਗਿਆ। ਰਾਜੇ ਦਾ ਰਾਜਾ ਬਣਿਆ ਰਹਿ ਗਿਆ। ਜਿੱਦਾਂ ਸਾਡਾ ਅੰਦਰਲਾ ਸੁਪਨਾ ਟੁੱਟ ਗਿਆ ਤੇ ਅਸੀਂ ਵੀ ਰਾਜੇ ਹਾਂ। ਸਾਰੇ ਹੀ ਰਾਜੇ ਆ, ਸਾਰੇ ਪ੍ਰਮਾਤਮਾ ਦਾ ਰੂਪ ਆ। ਮਨ ਰਾਜਾ ਸਾਡਾ, ਇਹਨੇ ਮਾਇਆ ਦਾ ਸੁਪਨਾ ਲਿਆ ਹੋਇਆ। ਉਹ ਰਾਜੇ ਦਾ ਤਾਂ ਟੁੱਟ ਗਿਆ, ਤੇ ਅਸੀਂ ਤੋੜਨਾ ਕਿਵੇਂ ਆ? ਗੁਰੂ ਦੇ ਲੜ ਲੱਗ ਕੇ ਉਹ ਤੋੜਿਆ ਜਾ ਸਕਦਾ। ਸੋ ਗਤ ਭਈ ਹਮਾਰੀ, ਭਗਤ ਰਵਿਦਾਸ ਜੀ ਸਮਝਾ ਰਹੇ ਹਨ, ਉਹ ਰਾਜੇ ਵਾਲੀ ਹਾਲਤ ਭਾਈ ਹੋਈ। ਚਲੋ ਉਹਦਾ ਤਾਂ ਸੁਪਨਾ ਹੀ ਸੀ, ਸਾਨੂੰ ਵੀ ਇਹ ਸੁਪਨਾ ਆਇਆ ਹੋਇਆ, ਅਸੀਂ ਗੁਰੂ ਦੇ ਗਿਆਨ ਨਾਲ ਇਹ ਤੋੜ ਸਕਦੇ ਹਾਂ, ਜਾਗਰਤ ਅਵਸਥਾ ਪ੍ਰਾਪਤ ਕਰ ਸਕਦੇ ਹਾਂ, ਤਿੰਨਾਂ ਗੁਣਾਂ 'ਚੋਂ ਨਿਕਲ ਸਕਦੇ ਹਾਂ, ਇਹ ਤਪ ਕਰ ਸਕਦੇ ਹਾਂ, ਇਹ ਯੋਗ ਕਰ ਸਕਦੇ ਹਾਂ, ਇਹ ਪੜ੍ਹਾਈ ਪੜ੍ਹ ਸਕਦੇ ਹਾਂ, ਇਹ ਮਿਹਨਤ ਕਰ ਸਕਦੇ ਹਾਂ। ਸਾਡੇ ਕੋਲ ਇਹ ਮੌਕਾ ਹੈ, ਪਰ ਅਜਾਈ ਜਾ ਰਿਹਾ ਹੈ। ਇਹ ਅਸੀਂ ਮੌਕਾ ਲੰਘਣ ਨਹੀਂ ਦੇਣਾ। ਅਸੀਂ ਕਰ ਸਕਦੇ ਹਾਂ, ਅਸੀਂ ਰਾਜੇ ਹਾਂ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਹਲੇ ਵੀ ਗੱਲ ਨਹੀਂ ਬਣੀ ਤਾਂ ਭਗਤ ਰਵਿਦਾਸ ਜੀ ਅਗਲੀ ਉਦਾਹਰਨ ਬਖਸ਼ਿਸ਼ ਕਰ ਰਹੇ ਹਨ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਇਹਦਾ ਮਤਲਬ ਉਦੋਂ ਪਹਿਲਾਂ ਦਾ ਇਹ ਪ੍ਰਸੰਗ ਚੱਲਦਾ ਸੀ। ਬਹੁਤ ਪੁਰਾਣੀ ਗੱਲ ਆ। ਕਿਹੜੀ? ਰੱਸੀਆਂ ਦੇ ਸੱਪ ਬਣ ਜਾਣੇ। ਇਹ ਬਹੁਤ ਪੁਰਾਣਾ ਚੱਲਦਾ ਆਉਂਦਾ, ਉਸ ਸਮੇਂ ਵੀ ਚੱਲਦਾ ਸੀ। ਜਾਣਿਆ ਤੁਸੀਂ ਭਾਈ? ਨਹੀਂ ਬਾਬਾ ਜੀ, ਸਾਨੂੰ ਖੋਲ੍ਹ ਕੇ ਸਮਝਾਓ, ਅਸੀਂ ਮੂਰਖ ਇੰਨੇ ਜੋਗੇ ਕਿੱਥੇ ਹਾਂ। ਕਹਿੰਦੇ ਇਹ ਗੱਲ ਆ ਭਾਈ, ਰਾਜ ਭੁਯੰਗ, ਰਾਜ ਦਾ ਅਰਥ ਹੈ ਰੱਸੀ, ਤੇ ਭੁਯੰਗ ਦਾ ਅਰਥ ਹੈ ਸੱਪ। ਕਹਿੰਦੇ ਬਈ ਗੁਰਮੁਖ ਪਿਆਰਿਓ, ਅਗਰ ਹਨੇਰਾ ਹੋਵੇ, ਹਨੇਰੇ ਦੇ ਵਿੱਚ ਪਈ ਹੋਵੇ ਰੱਸੀ, ਤੇ ਲੋਕ ਪਰੇ ਦੀ ਹੋ ਕੇ ਲੰਘਦੇ ਆ। ਕੀ ਕਹਿੰਦੇ ਆ? ਕਹਿੰਦੇ ਸੱਪ ਪਿਆ, ਡਰ ਜਾਂਦੇ ਆ। ਜਦੋਂ ਲਾਈਟ ਜਗ ਪੈਂਦੀ ਆ, ਚਾਨਣ ਹੋ ਜਾਂਦਾ, ਉਸੇ ਰੱਸੀ ਨੂੰ ਭਗਾ ਕੇ ਪਰੇ ਮਾਰਦੇ ਆ। ਕਿਉਂ? ਕਿਉਂਕਿ ਹਨੇਰੇ ਤੋਂ ਚਾਨਣ ਹੋ ਗਿਆ। ਗੁਰੂ ਦਾ ਅਰਥ ਕੀ ਹੈ? ਗੂ ਤੋਂ ਭਾਵ ਹਨੇਰਾ, ਤੇ ਰੂ ਤੋਂ ਭਾਵ ਚਾਨਣ। ਆ ਜਿਹੜੇ ਰੱਸੀਆਂ ਦੇ ਸੱਪ ਬਣੇ ਆ ਨਾ, ਇਹ ਭੁਲੇਖੇ ਕਾਰਨ ਹੀ ਆ। ਸਾਨੂੰ ਗੁਰੂ ਬਾਬਾ ਜੀ ਇਹ ਸਮਝਾ ਰਹੇ ਹਨ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਹੁਣ ਕੁਛ ਸਮਝ ਆਉਣ ਲੱਗੀ ਹੈ ਜੀ। ਮੇਰੇ ਅੰਦਰ ਵੀ ਹਨੇਰਾ, ਮੈਂ ਵੀ ਗੁਰੂ ਨਾਲ ਜੁੜਾਂ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਬਸੈ ਮਨ ਆਏ। ਕਰਮਾਂ ਭਾਗਾਂ ਵਾਲਿਆਂ ਦੇ ਮਨ 'ਚ ਬਸਦੀ ਹੈ ਭਾਈ। ਗੁਰਬਾਣੀ ਨੂੰ ਚਾਨਣ ਕਰੀਏ, ਅੰਦਰ ਮਰਮ ਜਨਾਇਆ ਕੀ ਹੈ? ਮੈਂ ਵੀ ਭੇਦ ਜਾਣ ਲਿਆ ਕਿ ਮੇਰੇ ਅੰਦਰ ਵੀ ਹਨੇਰਾ। ਮੈਂ ਵੀ ਕੋਸ਼ਿਸ਼ ਕਰਾਂ ਕਿ ਮੇਰੇ ਅੰਦਰ ਲਾਈਟ ਜਗੇ, ਮੇਰੇ ਰੱਸੀਆਂ ਦੇ ਜਿਹੜੇ ਸੱਪ ਬਣ ਜਾਂਦੇ ਆ, ਭੁਲੇਖੇ ਵਹਿਮ ਭਰਮ, ਇਹ ਕੱਟੇ ਜਾਣ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਨ ਨਾ ਆਇਆ।
ਹੋਰ ਉਦਾਹਰਨ ਦੇ ਰਹੇ ਹਨ, ਨਾਲ ਹੀ ਥੋੜਾ ਹੋਰ ਮਾਰ ਰਹੇ ਹਨ ਅੱਗੇ। ਕਹਿੰਦੇ ਦੇਖੋ ਗੁਰਮੁਖ ਪਿਆਰਿਓ, ਅਨਕ ਕਟਕ, ਕਟਕ ਦਾ ਅਰਥ ਹੈ ਕੜੇ, ਅਨੇਕਾਂ ਪ੍ਰਕਾਰ ਦੇ ਕੜੇ ਬਣ ਜਾਂਦੇ ਆ, ਪਰ ਹੁੰਦਾ ਤਾਂ ਅੰਦਰੋਂ ਸੋਨਾ ਹੀ ਆ। ਇਸੇ ਤਰ੍ਹਾਂ ਬਖਰੇਵੇਂ ਦੁਨੀਆ ਦੇ ਵਿੱਚ ਪਏ ਹੋਏ ਆ ਗੁਰਮੁਖ ਪਿਆਰਿਓ, ਹੈ ਤਾਂ ਸਾਰੇ ਅੰਦਰੋਂ ਸੋਨਾ ਹੀ ਆ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਨ ਨਾ ਆਇਆ। ਜਿਹੜੀਆਂ ਗੱਲਾਂ ਕਰਦੇ ਸੀ ਉਹ ਤਾਂ ਸਾਰੀਆਂ ਖਤਮ ਹੋ ਗਈਆਂ, ਆਪਣੇ ਅੰਦਰੋਂ ਹੀ ਪਤਾ ਲੱਗ ਗਿਆ, ਓਹੋ ਮੇਰੇ ਅੰਦਰ ਹੀ ਰੱਬ ਆ, ਮੈਂ ਹੀ ਸਵਰਨਾ, ਮੈਂ ਤਾਂ ਊਂ ਭੱਜਿਆ ਫਿਰਦਾ ਰਿਹਾ। ਸਰਬੇ ਏਕ ਅਨੇਕੈ ਸੁਆਮੀ। ਹੁਣ ਸਮਝਾ ਰਹੇ ਹਨ, ਜਿਵੇਂ ਕੜੇ ਬਹੁਤਾਤ ਤਰ੍ਹਾਂ ਦੇ ਆ ਪਰ ਅੰਦਰੋਂ ਸੋਨਾ ਹੀ ਹੈ, ਇਸ ਤਰ੍ਹਾਂ ਵੱਖ-ਵੱਖ ਸਾਡੀ ਮੈਲ ਲੱਗੀ ਹੋਈ ਆ, ਅੰਦਰੋਂ ਅਸੀਂ ਸੋਨਾ ਹੀ ਆ। ਜੇ ਗੁਰੂ ਨਾਲ ਜੁੜ ਜਾਈਏ, ਐਂ ਸਮਝ ਲਈਏ ਬਈ ਜਿਵੇਂ ਕੋਈ ਮੁੰਦੀ ਆ ਜਿਹੜੀ ਨਾਲੀ 'ਚ ਡਿੱਗੀ ਹੋਈ ਹੈ, ਸੋਨੇ ਦੀ ਹੈ। ਹੁਣ ਜਿਹਨੂੰ ਪਤਾ ਲੱਗ ਗਿਆ ਉਹਨੇ ਚੱਕੀ ਚੱਕ ਕੇ ਹੱਥ ਧੋਤੇ ਤੇ ਪਹਿਨ ਲਈ, ਇੰਨਾ ਹੀ ਕੰਮ ਆ ਸਾਰਾ। ਜਦੋਂ ਅੰਦਰਲਾ ਇਸ਼ਨਾਨ ਹੋ ਗਿਆ, ਜਦੋਂ ਪਤਾ ਲੱਗ ਗਿਆ ਕਿ ਮੇਰਾ ਮਨ ਸੋਨਾ, ਮੇਰੇ ਅੰਦਰ ਹੀ ਪਰਮਾਤਮਾ, ਮੇਰੇ ਅੰਦਰ ਹੀ ਸਾਰਾ ਕੁਝ ਆ। ਸਰਬੇ ਏਕ ਅਨੇਕਾ ਸੁਆਮੀ। ਉਹ ਜਿਵੇਂ ਕੜੇ ਵੱਖਰੇ ਵੱਖਰੇ ਆ, ਸੋਨੇ ਦੇ ਗਹਿਣੇ ਵੱਖਰੇ ਵੱਖਰੇ ਆ, ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਆ, ਪਰ ਅਸਲੀਅਤ ਦੇ ਵਿੱਚ ਅੰਦਰੋਂ ਸੋਨਾ ਹੀ ਹੈ ਭਾਈ। ਸਰਬੇ ਏਕ ਅਨੇਕਾ ਸੁਆਮੀ, ਸਭ ਘਟ ਭੋਗ ਵੈ ਸੋਈ। ਇਸ ਕਰਕੇ ਭਾਈ ਹਰੇਕ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਦੀ ਜੋਤ ਆ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਆਖਰੀ ਪੰਗਤੀ ਵਿੱਚ ਭਗਤ ਰਵਿਦਾਸ ਜੀ ਸਮਝਾ ਰਹੇ ਹਨ, ਹਾਥ ਪੈ ਨੇਰੈ। ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਆ, ਸਭ ਤੋਂ ਨੇੜੇ ਆਪਣੇ ਕੀ ਆ? ਸਰੀਰ ਦੇ ਹੱਥ ਪੈਰ। ਕਿਉਂਕਿ ਜਿੱਥੇ ਵੀ ਸੱਟ ਵੱਜੂਗੀ ਉੱਥੇ ਹੀ ਪਹਿਲਾਂ ਹੱਥ ਨੇ ਜਾਣਾ ਵਾ, ਸਭ ਤੋਂ ਨੇੜੇ ਆ ਸਾਡੇ। ਖੁਰਕ ਹੋ ਗਈ ਜਾਂ ਕੋਈ ਸੱਟ ਵੱਜ ਗਈ ਜਾਂ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਨਾ, ਸਭ ਤੋਂ ਪਹਿਲਾਂ ਆਪਣਾ ਆਪ ਦਾ ਹੱਥ ਪਹੁੰਚਦਾ ਬੰਦੇ ਦਾ, ਪਕੜਦਾ, ਨੇੜੇ ਆ ਸਭ ਤੋਂ। ਪਰ ਭਗਤ ਰਵਿਦਾਸ ਜੀ ਸਮਝਾ ਰਹੇ ਹਨ, ਹੱਥਾਂ ਪੈਰਾਂ ਤੋਂ ਵੀ ਨੇੜੇ ਆ। ਭਲਾ ਕਿਉਂ? ਕਿਉਂਕਿ ਹੱਥ ਪੈਰ ਤਾਂ ਸਥੂਲ ਆ, ਇਹਨਾਂ ਨੂੰ ਵੀ ਕੋਈ ਚਲਾ ਰਿਹਾ। ਜਿਹੜਾ ਆਪਾਂ ਕਹਿੰਦੇ ਆ ਨਾ ਗੁਰਮੁਖ ਪਿਆਰਿਓ, ਮੇਰਾ ਹੱਥ, ਮੇਰਾ ਪੈਰ, ਮੇਰੀ ਲੱਤ, ਉਹ ਕੌਣ ਆ ਜਿਹੜਾ ਕਹਿੰਦਾ ਮੇਰੀ ਲੱਤ ਮੇਰਾ ਪੈਰ? ਉਹ ਅੰਦਰ ਤੱਕ ਜਾਣਾ, ਉਹ ਸਭ ਦੇ ਅੰਦਰ ਉਹ ਪਰਮਾਤਮਾ ਵਾਹਿਗੁਰੂ ਆ। ਸਾਡੀਆਂ ਹੱਥਾਂ ਪੈਰਾਂ ਤੋਂ ਵੀ ਨੇੜੇ ਆ, ਕਿਉਂਕਿ ਉਹ ਸਾਡੀਆਂ ਸੋਚਾਂ ਦੇ ਵਿੱਚ ਆ, ਸਾਡੇ ਕਣ ਕਣ ਦੇ ਵਿੱਚ ਅੰਦਰ ਸਮਾਇਆ ਹੋਇਆ, ਉਹਦਾ ਕੈਮਰਾ ਲੱਗਿਆ ਹੋਇਆ। ਸਾਰਾ ਕੁਝ ਜੇ ਅਸੀਂ ਬਾਹਰੋਂ ਮੰਨ ਲਓ ਸਥੂਲ ਕੰਮ ਕੋਈ ਕਰਨ 'ਚ ਰਹਿ ਵੀ ਗਈ ਦੇਰੀ, ਉਹ ਤਾਂ ਸੋਚਾਂ ਨੂੰ ਵੀ ਪਕੜਦਾ ਅੰਦਰੋਂ। ਉਹਦੀ ਪਕੜ ਤਾਂ ਇੰਨੀ ਹੈ ਵੀ ਸੋਚਦਾ ਕੀ ਹੈ ਤੂੰ। ਇਸ ਕਰਕੇ ਚੰਗਾ ਸੋਚੀਏ, ਚੰਗਾ ਕਰਨ ਦੀ, ਚੰਗੇ ਬਣਨ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਦੀ ਘਾੜਤ ਘੜੀਏ, ਮਨ ਜੀਤੇ ਜਗ ਜੀਤ ਵਾਲਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰੀਏ। ਬਣਨਾ ਪਤਾ ਨਹੀਂ ਕਦੋਂ ਆ, ਕੋਸ਼ਿਸ਼ ਤਾਂ ਕਰੀਏ, ਸ਼ੁਰੂ ਤਾਂ ਹੋਈਏ। ਭਗਤ ਰਵਿਦਾਸ ਜੀ ਸਮਝਾ ਰਹੇ ਹਨ, ਸਾਰਿਆਂ ਕੋਲੇ ਮੌਕਾ ਭਾਈ, ਮੌਕਾ ਗਵਾ ਨਾ ਲਿਓ। ਇਹ ਸਮਾਂ, ਪਿਛਲਾ ਸਮਾਂ ਜੋ ਲੰਘ ਗਿਆ ਗੁਰਮੁਖ ਪਿਆਰਿਓ, ਹੱਥ ਨਹੀਂ ਆਉਣਾ। ਪਿਛਲੇ ਸਮੇਂ ਤੋਂ ਸਿਆਣੇ ਜਿਹੜੇ ਬੰਦੇ ਹੁੰਦੇ ਆ ਨਾ, ਉਹ ਸੋਝੀ ਲੈ ਲੈਂਦੇ ਆ ਵੀ ਕੀ ਅਸੀਂ ਚੰਗਾ ਕੀਤਾ ਤੇ ਕੀ ਮਾੜਾ ਕੀਤਾ, ਅੱਗੇ ਨੂੰ ਬਦਲ ਜਾਈਏ। ਹੁਣ ਸਮਾਂ ਅੱਗੇ ਵਾਲਾ ਆਉਣਾ ਕਿ ਨਹੀਂ ਆਉਣਾ, ਕਿਉਂਕਿ ਹਮ ਆਦਮੀ ਹਾਂ ਇੱਕਦਮ ਹੀ। ਇਸ ਕਰਕੇ ਸਾਡੇ ਬਦਲਣ ਦਾ, ਸਾਡੇ ਸਵਰਨ ਦਾ ਆਹੀ ਪਾਲਾ, ਆਹੀ ਸਮਾਂ। ਜੇ ਅਸੀਂ ਹੁਣ ਬਦਲ ਜਾਵਾਂਗੇ, ਇਸ ਤੋਂ ਬਾਅਦ ਦਾ ਜਿਹੜਾ ਜੀਵਨ ਹੋਏਗਾ ਨਾ, ਉਹ ਆਨੰਦਿਤ ਹੋਏਗਾ, ਉਹ ਖੁਸ਼ੀਆਂ ਭਰਿਆ ਹੋਏਗਾ। ਨਾਨਕ ਭਗਤਾਂ ਸਦਾ ਵਿਗਾਸ ਵਾਲਾ ਜੀਵਨ ਹੋਏਗਾ। ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਸਾਨੂੰ ਅੱਜ ਹੌਸਲਾ ਦਿੱਤਾ, ਉਦਾਹਰਨਾਂ ਬਖਸ਼ਿਸ਼ ਕੀਤੀਆਂ
ਕਿ ਇਸ ਤਰ੍ਹਾਂ ਭਾਈ ਤੇਰੇ ਅੰਦਰ ਹੀ ਆ ਪਰਮਾਤਮਾ, ਭਾਵ ਤੂੰ ਆਪਣੇ ਆਪ ਨੂੰ ਸਵਾਰ, ਆਪ ਸਵਾਰਾ ਹੈ। ਮੈਂ ਮਿਲਿਆ ਹੈ, ਮੈਂ ਮਿਲਿਆ ਸੁਖ ਹੋਏ, ਮੈਂ ਤੂੰ ਹੋ ਜਾਣਾ। ਫਿਰ ਇੱਕ ਵਾਰੀ ਸ਼ਬਦ ਨੂੰ ਸਰਵਣ ਕਰੀਏ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਏਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर मैं, ओदत जल केवल जल माही। माधवे क्या कहिए प्रम ऐसा, जैसा मानिए होए ना तैसा। रहाओ नरपत एक सिंहासन सोया, सुपने पया भिखारी। अछत राज बिछरत दुख पाया, सो गत भई हमारी। राज पुयंग प्रसंग जैसे है, अब कछ मर्म जनाया। अनक कटक जैसे फूल परे, अब कहते कहन ना आया। सर्वे एक अनेक स्वामी, सब कट भोग वै सोई। कह रविदास हाथ पै नेरै, सहजे होए सो होई। ਭਗਤ ਰਵਿਦਾਸ ਜੀ ਅਖੀਰਲੀ ਪੰਗਤੀ 'ਚ ਇਹ ਸਮਝਾ ਰਹੇ ਹਨ, ਸਹਿਜੇ ਹੋਏ ਸੋ ਹੋਈ। ਇਹ ਥੋੜ੍ਹੀ ਜਿਹੀ ਅੱਧੀ ਪੰਗਤੀ ਰਹਿ ਗਈ ਸੀ, ਮਾਫ ਕਰਨਾ, ਕਿ ਸਹਿਜ ਧਾਰ ਕਰਨਾ, ਸਹਿਜ ਦੇ ਵਿੱਚ ਆਉਣਾ, ਭਾਵ ਗੁਰ ਪ੍ਰਸਾਦ ਪ੍ਰਾਪਤ ਕਰਨਾ। ਗੁਰੂ ਦੀ ਕਿਰਪਾ ਨਾਲ ਮਨ ਸਹਿਜ ਚਾਹੁੰਦਾ, ਟਿਕਾਓ ਚਾਹੁੰਦਾ। ਜਦੋਂ ਗੁਰੂ ਦੇ ਬਚਨ ਸਰਵਣ ਕਰਦੇ ਹਾਂ, ਮਨ ਦੀ ਭਟਕਣਾ ਖਤਮ ਹੁੰਦੀ ਹੈ। ਜਦੋਂ ਮਨ ਗੁਰੂ ਦੇ ਬਚਨਾਂ ਨੂੰ ਸਹਿਜ ਚਾਹ ਕੇ ਧਿਆਨ ਨਾਲ ਸੁਣਨ ਲੱਗ ਗਿਆ, ਫਿਰ ਸਾਡਾ ਅੰਦਰੋਂ ਇਹ ਕਾਰਜ ਹੋ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਇਹੀ ਬੇਨਤੀ ਹੈ ਭਾਈ, ਆਪ ਵੀ ਗੁਰਬਾਣੀ ਦੇ ਨਾਲ ਜੁੜੋ ਅਤੇ ਕੋਸ਼ਿਸ਼ ਜਿੰਨੀ ਕੁ ਕਰ ਸਕਦੇ ਹਾਂ ਉਨੀ ਕੁ ਕੋਸ਼ਿਸ਼ ਜ਼ਰੂਰ ਹੋਰਾਂ ਨੂੰ ਵੀ ਗੁਰਬਾਣੀ ਦੇ ਲੜ ਲਾਉਣ ਦੀ ਕਰੀਏ। ਇਹੀ ਤਾਪਾ, ਇਹੀ ਸਾਡੇ ਵਾਸਤੇ, ਸਿੱਖਾਂ ਵਾਸਤੇ ਸਭ ਤੋਂ ਵੱਡਾ ਮੈਨੂੰ ਲੱਗਦਾ ਕਾਰਜ ਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।